ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ सच जुगाद सच है भी सच नानक होसी भी सच। वाहिगुरू जी का खालसा वाहिगुरू जी की फतेह। Dear students, in this video I will be covering the topic dishonor of bill of exchange. Dishonor of bill of exchange means drawer ने जो ड्यू डेट ते पैसा मंगिया ड्रॉई तो ड्रॉई पैसे देन तो मुकर गया या जिंदे कोल भी बिल पे उन्हें ड्रॉई तो पैसा मंगिया ਤੇ ਡਰੋਈ ਪੈਸੇ ਦੇਣ ਤੋਂ ਮੁੱਕਰ ਗਿਆ। ਦੈਟ ਇਜ਼ ਕਾਲਡ ਡਿਸऑनर ਆਫ ਬਿਲ। ਬਿਲ ਦਾ ਫੇਲ ਹੋਣਾ, ਬਿਲ ਆਫ ਐਕਸਚੇਂਜ ਬੇਸਿਕਲੀ ਡਿਸऑनर ਆਫ ਬਿਲ ਆਫ ਐਕਸਚੇਂਜ। ਬਿਲ ਆਫ ਐਕਸਚੇਂਜ ਡਿਸऑनर ਹੋ ਗਿਆ। ਹੁਣ ਇਹਦੀ ਜਰਨਲ ਐਂਟਰੀਜ਼ ਕਿੱਦਾਂ ਪੈਣੀਆਂ ਧਿਆਨ ਨਾਲ ਦੇਖਿਓ। ਪਹਿਲਾਂ ਮੈਂ ਬੁੱਕਸ ਆਫ ਡਰਾਇਰ ਬਣਾ ਰਿਹਾ। ਸੋ ਡਰਾਇਰ ਨੇ ਸਮਾਨ ਉਧਾਰੀ ਤੇ ਕਿਹਨੂੰ ਵੇਚਣਾ ਹੁੰਦਾ? ਡਰੋਈ ਨੂੰ। ਲੈਟ ਇਟ ਬੀ 1 ਜਨਵਰੀ ਨੂੰ ਸਮਾਨ ਵੇਚਿਆ ਡਰੋਈ ਨੂੰ, ਤਾਂ ਇਹਦੀ ਐਂਟਰੀ ਕੀ ਪਏਗੀ? Drawee debit to sales. Drawee debit to sales. Some concepts I have explained in the previous video. Refer to the previous video. So drawee ਦੀ book ਦੇ ਵਿੱਚ entry ਕੀ ਹੋਏਗੀ? drawee ਦੀ book ਦੇ ਵਿੱਚ entry ਹੋਏਗੀ purchase account debit to drawer। ਇਹਨੇ ਸਮਾਨ 1 ਜਨਵਰੀ ਨੂੰ ਖਰੀਦਿਆ, purchase drawer ਤੋਂ ਖਰੀਦਿਆ, purchase account debit to drawer 30,000। ਸੋ ਇਹ ਸਮਾਨ ਉਧਾਰੀ 'ਤੇ ਖਰੀਦਣ ਦੀ ਐਂਟਰੀ ਹੋ ਗਈ। ਹੁਣ ਉਸ ਤੋਂ ਬਾਅਦ 'ਚ ਉਹਦੀ ਕੀ ਹੋਇਆ ਮੇਰੇ ਬੱਚਿਓ? ਬਿੱਲ ਬਣਾਉਣ ਦੀ ਐਂਟਰੀ। 1 ਜਨਵਰੀ ਨੂੰ ਹੀ ਬਿੱਲ ਆਫ ਐਕਸਚੇਂਜ ਬਣਾ ਦਿੱਤਾ ਗਿਆ। ਇਹਦੇ ਲਈ ਬਿੱਲ ਐਸੈਟ ਸੀ, ਅਸੀਂ ਡੈਬਿਟ ਕਰਤਾ। ਬਿੱਲ ਰਿਸੀਵੇਬਲ ਅਕਾਊਂਟ ਡੈਬਿਟ ਟੂ ਡਰੋਈ। ਸੋ ਇਹਦੇ ਵਿੱਚ ਇਹਦੇ ਲਈ ਬਿੱਲ ਲਾਇਬਿਲਿਟੀ ਸੀਗੀ ਤਾਂ ਅਸੀਂ ਪਾਤੀ ਐਂਟਰੀ ਡਰਾਇਰ ਡੈਬਿਟ ਟੂ ਬਿਲਸ ਪੇਬਲ। ਸੋ ਹੁਣ ਅਸੀਂ ਐਂਟਰੀ ਪਾਉਣ ਲੱਗੇ ਹਾਂ। ਮੀਨਸ ਹੁਣ ਡਿਊ ਡੇਟ 'ਤੇ ਵੇਟ ਕਰੇਗਾ ਡਰਾਇਰ। ਮੀਨਸ ਉਹਨੂੰ ਪੈਸੇ ਚਾਹੀਦੇ ਆ, ਡਿਊ ਡੇਟ ਦੀ ਵੇਟ ਕਰ ਰਿਹਾ ਸੀ ਡਰਾਇਰ ਬੇਸਿਕਲੀ। ਹਾਲੇ ਪਹਿਲਾ ਕੇਸ ਅਸੀਂ ਆ ਕਰ ਰਹੇ, ਡਿਊ ਡੇਟ ਇਹਨਾਂ ਨੇ ਆਪਸੀ ਤੈਅ ਕਰੀ 2 ਮਹੀਨਿਆਂ ਦੀ। ਮੀਨਸ 2 ਮਹੀਨੇ ਕਦੋਂ ਖਤਮ ਹੁੰਦੇ? ਜਨਵਰੀ ਮਹੀਨਾ ਪੂਰਾ ਲੰਘ ਗਿਆ, ਫੈਬਰਰੀ ਪੂਰਾ ਲੰਘ ਗਿਆ। ਮੀਨਸ ਮਾਰਚ 1 ਤੁਹਾਡਾ ਦਿਮਾਗ ਕਹਿੰਦਾ ਡਿਊ ਡੇਟ ਪਲੱਸ 3 ਦਿਨ ਦੀ ਗ੍ਰੇਸ। ਮੀਨਸ ਮਾਰਚ 4 ਡਿਊ ਡੇਟ ਹੈ। ਮਾਰਚ 4 ਨੂੰ ਇਹਦੇ ਤੋਂ ਪੈਸਾ ਲੈਣ ਜਾਏਗਾ ਕਿਉਂਕਿ ਜਿੰਦੇ ਕੋਲ ਬਿੱਲ ਹੁੰਦਾ ਨਾ ਉਹੀ ਡਰੋਈ ਕੋਲ ਜਾਂਦਾ। ਡਰਾਇਰ ਦੇ ਕੋਲ ਬਿੱਲ ਹੈ ਅਤੇ ਡਰੋਈ ਕੋਲ ਜਾਏਗਾ ਪੈਸਾ ਮੰਗਣ ਦੇ ਲਈ। ਸੋ ਮਾਰਚ 4 ਨੂੰ ਇਹਦੇ ਕੋਲੋਂ ਪੈਸਾ ਮੰਗਣ ਗਿਆ ਅਤੇ ਹੁਣ ਇਹ ਪੈਸਾ ਦੇਣ ਤੋਂ ਮੁੱਕਰ ਗਿਆ। ਉਹਨੂੰ ਅਸੀਂ ਕਹਾਂਗੇ ਬਿੱਲ ਡਿਸऑनर ਆਫ ਬਿੱਲ ਆਫ ਐਕਸਚੇਂਜ। ਹੁਣ ਦੇਖੋ ਜੀ ਬਿੱਲ ਤਾਂ ਡਿਸऑनर ਹੋ ਗਿਆ। ਸੋ ਹੁਣ ਬਿੱਲ ਜਿਹੜਾ ਵਾਲਾ ਸੀਗਾ ਉਹ ਇਹਦੇ ਕਿਸੇ ਕੰਮ ਦਾ ਨਹੀਂ ਰਿਹਾ, ਕਾਰੇ ਦਾ ਨਹੀਂ ਰਿਹਾ। ਹੁਣ ਕੀ ਗੱਲ ਇਹਨੂੰ ਐਵੇਂ ਛੱਡ ਦੇਗਾ? ਨਹੀਂ, ਐਵੇਂ ਨਹੀਂ ਛੱਡੇਗਾ। ਇਹਦੇ 'ਤੇ ਕੋਰਟ ਕੇਸ ਕਰੇਗਾ। ਜਿਹੜਾ ਕੋਰਟ ਦੇ ਵਿੱਚ ਕੇਸ ਕਰਨ ਦੇ ਦੌਰਾਨ ਖਰਚਾ ਹੁੰਦਾ ਉਹਨੂੰ ਨੋਟਿੰਗ ਚਾਰਜਿਸ ਕਹਿੰਦੇ। ਕਿਹੜੇ ਚਾਰਜਿਸ ਕਹਿੰਦੇ? ਨੋਟਿੰਗ ਚਾਰਜਿਸ। ਮੀਨਸ ਇਹ ਐਵੇਂ ਨਹੀਂ ਇਹਨੂੰ ਛੱਡ ਦੇਗਾ। ਇਹਦੇ 'ਤੇ ਕੋਰਟ ਦੇ ਵਿੱਚ ਕੇਸ ਕਰੇਗਾ ਅਤੇ ਕੋਰਟ ਇਹਦੇ ਫੇਵਰ ਦੇ ਵਿੱਚ ਹੀ ਡਿਸੀਜ਼ਨ ਲਏਗਾ ਕਿਉਂਕਿ ਇਹਨੇ ਸਾਰਾ ਕੁਝ ਲਿਖਤੀ ਲਿਖਵਾਇਆ ਹੋਇਆ ਸੀ ਬਿੱਲ ਆਫ ਐਕਸਚੇਂਜ ਦੇ ਵਿੱਚ। ਸੋ ਇਹ ਕੋਰਟ ਦੇ ਵਿੱਚ ਜਾਏਗਾ, ਕੇਸ ਕਰੇਗਾ। ਛੋਟਾ ਮੋਟਾ ਹੀ ਪੈਸਾ ਲੱਗਦਾ, ਜ਼ਿਆਦਾ ਮਹਿੰਗਾ ਕੇਸ ਨਹੀਂ ਚੱਲਦਾ। ਮੀਨਸ ਇਹ ਕੀ ਕਹਿੰਦੇ ਆ? ਖਰਚਾ ਕਰੇਗਾ, ਕੇਸ ਕਰੇਗਾ ਅਤੇ ਜਿਹੜਾ ਉਹ ਖਰਚਾ ਹੋਏਗਾ ਉਹਨੂੰ ਨੋਟਿੰਗ ਚਾਰਜਿਸ ਕਹਿੰਦੇ। ਚਾਹੇ ਕੇਸ ਕਰਨ ਲਈ ਪੈਸਾ ਆ ਲਗਾ ਰਿਹਾ ਪਰ ਜਦੋਂ ਬਾਅਦ 'ਚ ਦੀ ਇਹ ਪੈਸਾ ਡਰੋਈ ਇਹਨੂੰ ਜਦੋਂ ਦੇਗਾ ਨਾ ਤਾਂ ਡਰੋਈ ਨੂੰ 30,000 ਰੁਪਇਆ ਦੇਣਾ ਪੈਣਾ ਪਲੱਸ ਜਿਹੜਾ ਇਹਨੇ ਕੇਸ ਕਰਨ ਦੇ ਦੌਰਾਨ ਖਰਚਾ ਪੇ ਕਰਿਆ ਸੀ ਉਹ ਵੀ ਡਰੋਈ ਦੇਗਾ। ਮੀਨਸ ਇੱਕ ਤਰਫ ਨਾਲ ਡਰਾਇਰ ਦੇ ਹੱਥੋਂ ਪੈਸਾ, ਡਰਾਇਰ ਮੀਨਸ ਸਮਾਨ ਉਧਾਰੀ 'ਤੇ ਵੇਚਣ ਵਾਲਾ, ਇਹਨੂੰ ਪੈਸਾ ਨਹੀਂ ਮਿਲਿਆ, ਇਹਨੇ ਚੱਕ ਕੇ ਇਹਦੇ 'ਤੇ ਕੇਸ ਕਰਤਾ। ਠੀਕ ਹੈ, ਹੁਣ ਮੈਂ ਤੁਹਾਨੂੰ ਐਂਟਰੀ ਦੱਸਣ ਲੱਗਾ। ਇਹਦੇ 'ਤੇ ਕੇਸ ਕਰਤਾ। ਹੁਣ ਆਹ ਬਿੱਲ ਇਹਦਾ ਕਿਸੇ ਕਾਰੇ ਦਾ ਨਹੀਂ ਰਿਹਾ। ਠੀਕ ਹੈ ਜੀ। ਸੋ ਜਦੋਂ ਬਿੱਲ ਇਹਦੇ ਕਾਰੇ ਦਾ ਸੀਗਾ ਉਦੋਂ ਇਹਦਾ ਐਸੈਟ ਸੀ ਤਾਂ ਡੈਬਿਟ ਸੀ। ਹੁਣ ਇਹਦਾ ਐਸੈਟ ਰਿਹਾ ਹੀ ਨਹੀਂ ਕਿ ਇਹ ਮੁੱਕਰ ਗਿਆ ਪੈਸੇ ਦੇਣ ਤੋਂ। ਬਿੱਲ ਰਿਸੀਵੇਬਲ ਡੈਬਿਟ ਹੋ ਗਿਆ। ਸੌਰੀ, ਪਹਿਲਾਂ ਬਿੱਲ ਰਿਸੀਵੇਬਲ ਡੈਬਿਟ ਸੀਗਾ। ਮੀਨਸ ਹੁਣ ਐਸੈਟ ਰਿਹਾ ਹੀ ਨਹੀਂ ਹੈ। ਸੋ ਹੁਣ ਬਿੱਲ ਰਿਸੀਵੇਬਲ ਕੀ ਹੋ ਜਾਏਗਾ? ਕ੍ਰੈਡਿਟ ਹੋ ਜਾਏਗਾ। ਮੇਰੇ ਬੱਚੇ ਯਾਦ ਰੱਖਣਾ। ਸੋ ਪਹਿਲਾਂ ਬਿੱਲ ਰਿਸੀਵੇਬਲ ਇਹਦਾ ਐਸੈਟ ਸੀਗਾ, ਡੈਬਿਟ ਅਸੀਂ ਕਰਿਆ। ਹੁਣ ਬਿੱਲ ਰਿਸੀਵੇਬਲ ਇਹਦਾ ਐਸੈਟ ਰਿਹਾ ਹੀ ਨਹੀਂ ਹੈ। ਸੋ ਡੀਅਰ ਸਟੂਡੈਂਟਸ, ਜੇ ਐਸੈਟ ਰਿਹਾ ਹੀ ਨਹੀਂ ਹੈ ਤਾਂ ਹੁਣ ਕ੍ਰੈਡਿਟ ਕਰਾਂਗੇ। ਜਦੋਂ ਇਹਦਾ ਐਸੈਟ ਸੀਗਾ ਅਸੀਂ ਡੈਬਿਟ ਕਰਿਆ ਸੀ ਪਿਛਲੀ ਐਂਟਰੀ 'ਚ, ਉਹਨੇ ਪੈਸੇ ਦੇਣ ਤੋਂ ਮੁੱਕਰ ਗਿਆ। ਬਿੱਲ ਆਫ ਐਕਸਚੇਂਜ ਇਹਦਾ ਐਸੈਟ ਰਿਹਾ ਨਹੀਂ ਹੈ। ਅੱਛਾ, ਹੁਣ ਇਹਨੇ ਪਹਿਲਾਂ ਇਹਦੇ ਤੋਂ ਪੈਸਾ ਵੈਸੇ ਤਾਂ ਇਹਨੇ ਲੈਣਾ, ਹੁਣ ਉਹ ਦੇ ਹੀ ਨਹੀਂ ਰਿਹਾ ਪੈਸਾ। ਅਤੇ ਹੁਣ ਅਸੀਂ ਕੀ ਕਰਾਂਗੇ? ਇੱਥੇ
ਡਰਾਈ ਜਦੋਂ ਵੀ ਡਿਸਓਨਰ ਹੋਣਾ ਨਾ, ਡਰਾਇਰ ਦੀ ਬੁੱਕ 'ਚ ਡਰਾਈ ਡੈਬਿਟ ਹੋਣਾ ਹੀ ਹੋਣਾ, ਕਿਉਂਕਿ ਹੁਣ ਫਿਊਚਰ ਦੇ ਵਿੱਚ ਡਰਾਈ ਤੋਂ ਪੈਸਾ ਲੈਣਾ ਸੀ। ਹੁਣ ਸਾਡਾ ਇਹ ਡਰਾਈ ਐਸੈਟ ਹੋ ਗਿਆ ਸਾਡਾ, ਹੁਣ ਇਹ ਬੰਦਾ ਸਾਡਾ ਐਸੈਟ ਹੋ ਗਿਆ। ਪਹਿਲਾਂ ਸਾਡਾ ਬਿੱਲ ਆਫ ਐਕਸਚੇਂਜ ਐਸੈਟ ਸੀਗਾ ਨਾ, ਕਿ ਸਾਡੇ ਲਈ ਬਿੱਲ ਆਫ ਐਕਸਚੇਂਜ ਐਸੈਟ ਸੀ, ਅਸੀਂ ਇਹਦੇ ਤੋਂ ਲਿਖਤੀ ਲਿਖਾਇਆ ਸੀ, ਇਹ ਦੇਣ ਤੋਂ ਮੁੱਕਰ ਗਿਆ, ਮੀਨ ਉਹ ਬਿੱਲ ਸਾਡਾ ਐਸੈਟ ਨਹੀਂ ਰਿਹਾ। ਹੁਣ ਸਾਡਾ ਐਸੈਟ ਉਹ ਬਿੱਲ ਆਫ ਐਕਸਚੇਂਜ ਨਹੀਂ ਰਿਹਾ, ਪਰ ਹਾਂ ਹੁਣ ਇਹ ਸਾਡਾ ਐਸੈਟ, ਇਹ ਡਰਾਈ ਸਾਡਾ ਐਸੈਟ ਬਣ ਗਿਆ, ਡਰਾਇਰ ਦਾ ਐਸੈਟ ਇਹ ਡਰਾਈ ਬਣ ਗਿਆ, ਡਰਾਈ ਐਸੈਟ ਬਣ ਗਿਆ, ਇਸ ਲਈ ਡੈਬਿਟ ਹੋ ਗਿਆ, ਕਿਉਂਕਿ ਹੁਣ ਇਹਨੇ ਇਹਦੀ ਜਾਨ ਖਾਣੀ ਹੈ। ਹੁਣ ਇਹ ਡਰਾਈ ਇਹਦੇ ਲਈ ਐਸੈਟ ਬਣ ਗਿਆ, ਇਸ ਲਈ ਡੈਬਿਟ ਹੋ ਗਿਆ। ਡਰਾਈ ਡੈਬਿਟ ਟੂ ਬਿਲ ਰਿਸੀਵੇਬਲ ਲਿਖਤਾ, ਠੀਕ ਹੈ ਜੀ। ਸੋ ਬਿਲ ਇਹਦੇ ਲਈ ਐਸੈਟ ਨਹੀਂ ਰਿਹਾ। ਯਾਦ ਰੱਖਣਾ ਹਮੇਸ਼ਾ ਡਿਸਓਨਰ ਵਾਲੀ ਐਂਟਰੀ ਵਿੱਚ ਡਰਾਈ ਡੈਬਿਟ ਹੁੰਦਾ, ਠੀਕ ਹੈ ਜੀ। ਸੋ ਅਸੀਂ ਐਂਟਰੀ ਪਾਤੀ। ਹੁਣ ਜਦੋਂ ਇਹਨੇ ਕੇਸ ਕਰਿਆ ਨਾ, ਇਹਨੇ ਮੀਨਸ ਖਰਚਾ ਕਰਿਆ ਕੇਸ ਕਰਨ ਦਾ, ਉਹਨੂੰ ਨੋਟਿੰਗ ਚਾਰजेस ਕਹਿੰਦੇ ਆ। ਇਹਦੇ ਹੱਥੋਂ ਕੈਸ਼ ਜਾ ਰਿਹਾ, ਅਸੀਂ ਕੈਸ਼ ਆਊਟ, ਕ੍ਰੈਡਿਟ ਵਾਟ ਗੋਜ਼ ਆਊਟ ਦੇ ਨਾਲ ਅਸੀਂ ਟੂ ਕੈਸ਼ ਲਿਖਤਾ, ਜਾਂ ਫਿਰ ਅਸੀਂ ਟੂ ਬੈਂਕ ਵੀ ਲਿਖ ਸਕਦੇ ਹਾਂ। ਮੀਨਸ ਜਿੱਦਾਂ ਅਸੀਂ ਜਿਹੜਾ ਖਰਚਾ ਕਰਿਆ ਆਪਣੇ ਬੈਂਕ ਖਾਤੇ 'ਚੋਂ ਪੇ ਕਰਤਾ, ਤੁਸੀਂ ਯਾਦ ਰੱਖੋ ਬੈਂਕ ਖਾਤੇ 'ਚੋਂ ਹੀ ਪੇ ਕਰੀਦਾ ਆਪਾਂ, ਜਿਹੜਾ ਨੋਟਿੰਗ ਚਾਰजेस ਹੈ। ਅਸੀਂ ਟੂ ਬੈਂਕ ਲਿਖਤਾ ਕਿਉਂਕਿ ਕ੍ਰੈਡਿਟ ਵਾਟ ਗੋਜ਼ ਆਊਟ। ਸੋ 30,000 ਦਾ ਬਿੱਲ ਸਾਡਾ ਕਿਸੇ ਕਾਰੇ ਦਾ ਨਹੀਂ ਰਿਹਾ, 20 ਰੁਪਏ ਨੋਟਿੰਗ ਚਾਰजेस ਹੋ ਗਏ। ਮੀਨਸ ਕੁਛ ਵੀ ਕੁਐਸਚਨ 'ਚ ਦਿੱਤਾ ਹੈਗਾ 30,000 20। ਪਰ ਹੁਣ ਇੱਥੇ ਮੇਰੀ ਗੱਲ ਸੁਣੋ, ਜਿਹੜਾ ਇੱਥੇ ਨੋਟਿੰਗ ਚਾਰजेस ਵਰਡ ਨਹੀਂ ਲਿਖਣਾ, ਕਿਉਂਕਿ ਉਹ ਨੋਟਿੰਗ ਚਾਰजेस ਅਸਲ 'ਚ ਖਰਚਾ ਇੰਦਾ ਨਹੀਂ ਹੈ। ਮੀਨਸ ਚਾਹੇ ਬੰਦਾ ਕੇਸ ਕਰ ਰਿਹਾ, ਹੁਣ ਜਦੋਂ ਇਹਦੇ ਤੋਂ ਪੈਸਾ ਵਸੂਲਣਾ ਨਾ ਕੇਸ ਤੋਂ ਬਾਅਦ, ਇੱਕ ਤਾਂ 30,000 ਤਾਂ ਲਏਗਾ ਹੀ ਲਏਗਾ, ਪਲੱਸ ਨਾਲ ਜਿਹੜਾ ਇਹਨੇ ਕੇਸ ਕਰਨ ਦੇ ਦੌਰਾਨ ਖਰਚਾ ਕਰਿਆ ਨਾ, ਉਹ ਇਹ ਬੰਦਾ ਇਹਦੇ ਤੋਂ ਵਸੂਲੇਗਾ। ਸੋ ਹੁਣ ਮੇਰੀ ਗੱਲ ਸੁਣੋ, ਇਹ ਮਾਰਚ 4 ਨੂੰ ਡਿਊ ਡੇਟ 'ਤੇ ਪੈਸੇ ਦੇਣ ਤੋਂ ਮੁੱਕਰ ਗਿਆ, ਤਾਂ ਅਸੀਂ ਮਾਰਚ 4 ਨੂੰ ਐਂਟਰੀ ਕੀ ਪਾਵਾਂਗੇ, ਜਿੱਦਾਂ ਜਨਵਰੀ ਨੂੰ ਆ ਵੀ ਜਨਵਰੀ, ਆ ਵੀ ਜਨਵਰੀ, ਆ ਵੀ ਜਨਵਰੀ, ਆ ਵੀ ਜਨਵਰੀ ਨੂੰ ਐਂਟਰੀ ਪਈ। ਹੁਣ ਆ ਮਾਰਚ 4 ਨੂੰ ਪੈਸੇ ਮੰਗਣ ਗਿਆ ਨੇ, ਨਹੀਂ ਦਿੱਤਾ। ਹੁਣ ਇਹਦੀ ਮਾਰਚ 4 ਦੀ ਐਂਟਰੀ ਕੀ ਹੋਏਗੀ? ਮੇਰੀ ਗੱਲ ਯਾਦ ਰੱਖਣਾ, ਪਹਿਲਾਂ ਇਹਦੇ ਲਈ ਬਿੱਲ ਕੀ ਸੀਗੀ? ਲਾਇਬਿਲਿਟੀ ਸੀਗੀ। ਹੁਣ ਇਹ ਪੈਸੇ ਦੇਣ ਤੋਂ ਮੁੱਕਰ ਗਿਆ, ਇਹਦਾ ਬਿੱਲ ਲਾਇਬਿਲਿਟੀ ਨਹੀਂ ਰਿਹਾ, ਬਿੱਲ ਪੇਬਲ ਡੈਬਿਟ ਹੋ ਗਿਆ। ਹੁਣ ਪਹਿਲਾਂ ਬਿੱਲ ਪੇਬਲ ਇਹਦੇ ਲਈ ਬਿੱਲ ਆਫ ਐਕਸਚੇਂਜ ਇਹਦੇ ਲਈ ਲਾਇਬਿਲਿਟੀ ਸੀ, ਹੁਣ ਇਹਦੇ ਲਈ ਕਰਜ਼ਾ ਬਿੱਲ ਆਫ ਐਕਸਚੇਂਜ ਰਿਹਾ ਨਹੀਂ, ਪਰ ਹੁਣ ਇਹਦੇ ਲਈ ਕਰਜ਼ਾ ਆ ਬੰਦਾ ਬਣ ਗਿਆ, ਆ ਬੰਦਾ ਇਹਦੇ ਲਈ ਕਰਜ਼ਾ ਬਣ ਗਿਆ, ਇਸ ਲਈ ਹੁਣ ਡਰਾਇਰ ਕ੍ਰੈਡਿਟ ਹੋ ਗਿਆ। ਹੁਣ ਡਰਾਇਰ ਨੇ ਇਹਦੇ ਤੋਂ ਆ 20 ਰੁਪਏ ਵੀ ਵਸੂਲਨੇ, ਉਹ ਇਹਦੇ ਲਈ ਖਰਚਾ, ਖਰਚੇ ਡੈਬਿਟ ਹੁੰਦੇ ਆ। ਨੋਟਿੰਗ ਚਾਰजेस ਡੈਬਿਟ ਕਰਾਂਗੇ, ਅਸੀਂ ਇੱਥੇ ਵਰਡ ਲਿਖਾਂਗੇ ਨੋਟਿੰਗ ਚਾਰजेस ਅਕਾਊਂਟ ਡੈਬਿਟ। ਮੇਰੀ ਗੱਲ ਧਿਆਨ ਨਾਲ ਸੁਣਨਾ। ਹੁਣ ਜਦੋਂ ਬਿੱਲ ਡਿਸਓਨਰ ਹੋਇਆ ਮੇਰੇ ਬੱਚਿਓ, ਤਾਂ ਪਹਿਲਾਂ ਬਿੱਲ ਇਹਦੇ ਲਈ ਲਾਇਬਿਲਿਟੀ ਸੀਗੀ, ਹੁਣ ਲਾਇਬਿਲਿਟੀ ਨਹੀਂ ਰਹੀ, ਤਾਂ ਇਸ ਲਈ ਬਿਲਸ ਪੇਬਲ ਡੈਬਿਟ ਹੋਇਆ। ਜਦੋਂ ਲਾਇਬਿਲਿਟੀ ਸੀਗੀ ਤਾਂ ਕ੍ਰੈਡਿਟ ਕਰਿਆ ਸੀਗਾ, ਹੁਣ ਜਦੋਂ ਲਾਇਬਿਲਿਟੀ ਨਹੀਂ ਰਹੀ ਹੈ ਤਾਂ ਅਸੀਂ ਬਿਲਸ ਪੇਬਲ ਅਕਾਊਂਟ ਡੈਬਿਟ ਕਰਿਆ। ਹੁਣ ਜਿਹੜਾ ਇਹਨੇ 20 ਰੁਪਏ ਲਗਾਇਆ ਕੇਸ ਕਰਨ ਦਾ, ਜਿਹਨੂੰ ਅਸੀਂ ਵਰਡ ਨੋਟਿੰਗ ਚਾਰजेस ਵਰਤਿਆ, ਉਹ ਨੋਟਿੰਗ ਚਾਰजेस ਇਹ ਬੰਦੇ ਦਾ ਖਰਚਾ ਫਿਊਚਰ 'ਚ ਹੋਊਗਾ। ਮੀਨਸ ਇਹ ਬੰਦੇ ਨੂੰ ਨੋਟਿੰਗ ਚਾਰजेस ਦੇਣੇ ਪੈਣੇ ਆ, ਜੋ ਇਹਨੇ ਕੇਸ ਕਰਨ ਦੇ ਦੌਰਾਨ 20 ਰੁਪਏ ਦਾ ਖਰਚਾ ਕਰਿਆ, ਇਹ ਬੰਦਾ ਇਹਦੇ ਤੋਂ ਵਸੂਲੇਗਾ। ਸੋ ਅਸੀਂ ਇੱਥੇ 20 ਰੁਪਏ ਲਿਖਤੇ, ਇਹਦੇ ਲਈ ਖਰਚਾ ਹੈ ਉਹ 20 ਰੁਪਏ। ਅਸਲ 'ਚ ਤਾਂ ਇਹਦੇ ਪੈਸਾ ਇਹਦੇ ਹੱਥ ਹੋ ਗਿਆ, ਖਰਚਾ ਉਹ ਇੱਦਾਂ ਹੀ ਗਿਣਿਆ ਜਾਊਗਾ ਫਿਊਚਰ 'ਚ, ਇਸ ਲਈ ਅਸੀਂ 20 ਰੁਪਏ ਡੈਬਿਟ ਕਰਿਆ। ਅਤੇ ਇੱਥੇ ਬਿੱਲ 30,000 ਦਾ ਸੀਗਾ, ਟੂ ਪਹਿਲਾਂ ਇਹਦੇ ਲਈ ਬਿੱਲ ਕਰਜ਼ਾ ਸੀਗਾ, ਬਿੱਲ ਆਫ ਐਕਸਚੇਂਜ ਕਰਜ਼ਾ ਸੀ। ਹੁਣ ਇਹਦੇ ਲਈ ਬਿੱਲ ਆਫ ਐਕਸਚੇਂਜ ਕਰਜ਼ਾ ਨਹੀਂ ਰਿਹਾ ਕਿਉਂਕਿ ਇਹ ਮੁੱਕਰ ਗਿਆ। ਹੁਣ ਇਹਦੇ ਲਈ ਕਰਜ਼ਾ ਕਿਹੜਾ ਬੰਦਾ ਹੋ ਗਿਆ? ਆਹ, ਕਿਉਂਕਿ ਇਹ ਬੰਦੇ ਨੇ ਹੁਣ ਇਹਦੀ ਜਾਨ ਖਾਣੀ ਹੈ, ਅਤੇ ਕਰਜ਼ਾ ਲਾਇਬਿਲਿਟੀਜ਼ ਹਮੇਸ਼ਾ ਕ੍ਰੈਡਿਟ ਹੁੰਦੀ ਹੈ। ਅਸੀਂ ਇੱਥੇ ਟੂ ਡਰਾਇਰ ਲਿਖਤਾ 30,020। ਸੋ ਆ ਸੀਗਾ ਸੀਨ ਡਿਸਓਨਰ ਵਾਲੀ ਐਂਟਰੀ ਦਾ। ਡਿਸਓਨਰ ਦੀ ਐਂਟਰੀ ਹਮੇਸ਼ਾ ਇਹਦੀ ਬੁੱਕ 'ਚ ਤਾਂ ਆਹੀ ਰਹਿਣੀ ਹੈ, ਇਸ ਬੰਦੇ ਦੀ ਬੁੱਕ 'ਚ ਤਾਂ ਆਹੀ ਰਹਿਣੀ, ਇਹਦੇ ਵਿੱਚ ਬਦਲੇਗੀ। ਮੀਨਸ ਇਹ ਵਾਲਾ ਸਿਚੁਏਸ਼ਨ ਕੀ ਸੀਗਾ ਤੁਹਾਨੂੰ ਦੱਸਿਆ, ਡਿਸਓਨਰ 'ਚ ਹਮੇਸ਼ਾ ਡਰਾਈ ਡੈਬਿਟ ਹੁੰਦਾ। ਅਤੇ ਇੱਥੇ ਬਿੱਲ ਰਿਸੀਵੇਬਲ ਕਿਉਂ ਕ੍ਰੈਡਿਟ ਹੋਇਆ? ਪਹਿਲਾਂ ਇਹਦੇ ਲਈ ਬਿੱਲ ਕੀ ਸੀਗਾ? ਐਸੈਟ। ਹੁਣ ਇਹਦੇ ਲਈ ਬਿੱਲ ਐਸੈਟ ਨਹੀਂ ਰਿਹਾ, ਤਾਂ ਅਸੀਂ ਬਿੱਲ ਰਿਸੀਵੇਬਲ ਕ੍ਰੈਡਿਟ ਕਰਤਾ। ਅਤੇ ਕੋਰਟ ਦੇ ਵਿੱਚ ਹੁਣ ਆ ਬੰਦੇ ਨੇ ਕੇਸ ਕਰਿਆ, ਇਹਦੇ ਹੱਥੋਂ ਕੈਸ਼ ਗਿਆ ਸੀ, ਟੂ ਕੈਸ਼ ਲਿਖਤਾ। ਅੱਛਾ ਮੇਰੀ ਗੱਲ ਧਿਆਨ ਨਾਲ ਦੇਖਿਓ, ਹੁਣ ਇਸ ਤੋਂ ਬਾਅਦ 'ਚੋਂ ਦੀ ਜੇ ਕਵੇ ਕਿ ਬਿੱਲ ਹੀ ਮੀਨਸ ਆਪਾਂ ਜਾਂ ਬੈਂਕ ਤੋਂ ਡਿਸਕਾਊਂਟ ਕਰਾ ਲਿਆ ਸੀਗਾ, ਤਾਂ ਹੁਣ ਡਰਾਈ ਤਾਂ ਡੈਬਿਟ ਹੋਏਗਾ ਹੀ ਡਿਸਓਨਰ ਵਾਲੀ ਤਰੀਕ ਨੂੰ, ਜਦੋਂ ਅਸੀਂ ਬਿੱਲ ਬੈਂਕ ਤੋਂ ਡਿਸਕਾਊਂਟ ਕਰਾ ਲਿਆ। ਪਰ ਇੱਥੇ ਡਿਸਕਾਊਂਟਿੰਗ ਦੀ ਵੀ ਐਂਟਰੀ ਪਾ ਰਿਹਾ,
ਸਪੋਜ਼ ਇਹਨੂੰ ਪੈਸਿਆਂ ਦੀ ਲੋੜ ਪਈ ਸੀਗੀ, ਇਹਨੇ 10 ਜਨਵਰੀ ਨੂੰ ਹੀ ਬਿੱਲ ਬੈਂਕ ਤੋਂ ਡਿਸਕਾਊਂਟ ਕਰਾ ਲਿਆ। ਉਹਦੀ ਐਂਟਰੀ ਕੀ ਹੋਣੀ ਸੀਗੀ ਡਿਸਕਾਊਂਟਿੰਗ ਦੀ? ਮੀਨਸ ਬੈਂਕ ਤੋਂ ਛੇਤੀ ਪੈਸਾ ਕਢਾ ਰਿਹਾ, ਬੈਂਕ ਅਕਾਊਂਟ ਡੈਬਿਟ, ਡਿਸਕਾਊਂਟ ਚਾਰजेस ਅਕਾਊਂਟ ਡੈਬਿਟ ਟੂ ਬਿਲ ਰਿਸੀਵੇਬਲ। ਇਹਨੂੰ ਅਸੀਂ ਕਹਿੰਦੇ ਸੀਗੇ ਡਿਸਕਾਊਂਟਿੰਗ ਦਾ ਬਿੱਲ ਆਫ ਐਕਸਚੇਂਜ। ਇਹਨੂੰ ਪੈਸਿਆਂ ਦੀ ਟਾਈਮ ਤੋਂ ਪਹਿਲਾਂ ਲੋੜ ਪੈ ਗਈ ਸੀ, ਇਹਦੇ ਤੋਂ ਮਾਰਚ 4 ਤੱਕ ਦੀ ਵੇਟ ਨਹੀਂ ਹੋ ਰਹੀ ਸੀਗੀ, ਅਤੇ ਇਹਨੇ ਮਾਰਚ ਤੱਕ 4 ਤੱਕ ਦੀ ਵੇਟ ਨਹੀਂ ਕਰੀ ਅਤੇ ਇਹਨੇ ਜਨਵਰੀ 10 ਨੂੰ ਪੈਸੇ ਬੈਂਕ ਤੋਂ ਕਢਾ ਲਏ। ਉਹਨੂੰ ਡਿਸਕਾਊਂਟਿੰਗ ਦਾ ਬਿੱਲ ਆਫ ਐਕਸਚੇਂਜ ਕਹਿੰਦੇ ਆ, ਟੂ ਬਿਲ ਰਿਸੀਵੇਬਲ ਅਕਾਊਂਟ। ਅਤੇ ਹੁਣ ਮੇਰੀ ਗੱਲ ਧਿਆਨ ਨਾਲ ਦੇਖਿਓ, ਇੱਥੇ ਕੀ ਆਊਗਾ ਸਾਡਾ ਡਿਸਕਾਊਂਟ। ਸਪੋਜ਼ ਬੈਂਕ ਨੇ 200 ਰੁਪਇਆ ਕੱਟ ਲਿਆ ਅਤੇ ਇਹਨੂੰ 30,000 ਦੇ ਵਿੱਚੋਂ ਦੀ 29,800 ਦੇ ਦਿੱਤਾ, ਕਿਉਂਕਿ ਬੈਂਕ ਆਪਣਾ ਪੈਸਾ ਕੱਟਦਾ ਹੀ ਕੱਟਦਾ, ਕਿਉਂਕਿ ਬੈਂਕ ਨੇ ਵੀ ਫਾਇਦਾ ਕਮਾਉਣਾ। ਸੋ ਇੱਥੇ 30,000 ਆ ਗਿਆ। ਅੱਛਾ, ਇਹਦੀ ਤਾਂ ਐਂਟਰੀ ਇਹੀ ਪੈਣੀ ਹੈ ਡਿਸਓਨਰਸ, ਮੀਨਸ ਮਾਰਚ 4 ਨੂੰ ਇਹਨਾਂ ਦੀ ਗੱਲ ਤੈਅ ਹੋਈ ਸੀ, ਮਾਰਚ 4 ਨੂੰ ਇਹਦੀ ਇਹੀ ਐਂਟਰੀ ਪੈ ਗਈ। ਹੁਣ ਇਹਦੇ ਸਿਚੁਏਸ਼ਨ 'ਚ ਬਿੱਲ ਤਾਂ ਇਹਦੇ ਕੋਲ ਪਿਆ ਹੀ ਨਹੀਂ, ਹੁਣ ਬਿੱਲ ਕਿਹਦੇ ਕੋਲ ਪਿਆ? ਬੈਂਕ ਕੋਲ ਪਿਆ। ਸੋ ਹੁਣ ਮੇਰੀ ਗੱਲ ਧਿਆਨ ਨਾਲ ਦੇਖਿਓ, ਹੁਣ ਜਦੋਂ ਇਹ ਬੰਦਾ ਬੈਂਕ ਨੂੰ ਪੈਸੇ ਦੇਣ ਤੋਂ ਮੁੱਕਰ ਜਾਏ ਫਿਰ ਕੀ ਹੋਊਗਾ? ਉਹ ਵੀ ਡਿਸਓਨਰ ਹੀ ਆ। ਮੀਨਸ ਇਹ ਬੰਦੇ ਨੇ ਬਿੱਲ ਆਫ ਐਕਸਚੇਂਜ ਬੈਂਕ ਨੂੰ ਦਿੱਤਾ ਸੀਗਾ ਅਤੇ ਬੈਂਕ ਤੋਂ 29,800 ਲੈ ਲਿਆ ਸੀ, ਅਤੇ ਬਿੱਲ ਆਫ ਐਕਸਚੇਂਜ ਬੈਂਕ ਕੋਲ ਹੈ। ਬੈਂਕ ਨੇ ਜਾਣਾ ਡਿਊ ਡੇਟ 'ਤੇ ਕਿਹਦੇ ਕੋਲ? ਡਰੋਈ ਦੇ ਕੋਲ, ਅਤੇ ਡਰੋਈ ਕੋਲੋਂ ਪੈਸਾ ਲੈਣਾ। ਆਪਾਂ ਪੜ੍ਹਿਆ ਹੀ ਸੀਗਾ ਕਿ ਜਿੰਦੇ ਕੋਲ ਬਿੱਲ ਆਫ ਐਕਸਚੇਂਜ ਹੁੰਦਾ ਉਹੀ ਡਰੋਈ ਕੋਲ ਜਾਂਦਾ। ਅਤੇ ਹੁਣ ਜਦੋਂ ਬੈਂਕ ਜਾਏਗਾ ਡਰੋਈ ਕੋਲ, ਡਰੋਈ ਮੁੱਕਰ ਜਾਏ ਪੈਸਾ ਦੇਣ ਤੋਂ, ਫਿਰ ਕੀ ਹੋਊਗਾ? ਹੁਣ ਮਾਰਚ 4 ਨੂੰ ਕੀ ਕਰੂਗਾ ਬੈਂਕ? ਕੀ ਕਰੇਗਾ ਬੈਂਕ? ਇਹਦੇ ਬੈਂਕ ਖਾਤੇ 'ਚੋਂ ਪੈਸਾ ਬਾਹਰ ਕੱਢ ਲੂਗਾ। ਓਬਵੀਅਸਲੀ ਗੱਲ ਹੈ, ਬੈਂਕ ਨੇ ਪੈਸਾ ਇਹਨੂੰ ਦਿੱਤਾ ਸੀ, ਚਾਹੇ ਬੈਂਕ ਨੇ ਬਿੱਲ ਆਫ ਐਕਸਚੇਂਜ ਲੈ ਲਿਆ ਸੀਗਾ ਇਹਦੇ ਤੋਂ, ਮੀਨਸ ਹੁਣ ਚਾਹੇ ਉਹ ਮੀਨਸ ਪੈਸਾ ਤਾਂ ਇਹਨੂੰ ਦਿੱਤਾ ਸੀ, ਬੈਂਕ ਨੂੰ ਪੈਸਾ ਨਹੀਂ ਮਿਲਿਆ ਇਹਦੇ ਤੋਂ ਡਿਊ ਡੇਟ 'ਤੇ, ਅਤੇ ਬੈਂਕ ਹੁਣ ਇਹਦੇ 'ਚੋਂ ਪੈਸਾ ਕੱਢ ਲੇਗਾ ਇਹਦੇ ਬੈਂਕ ਖਾਤੇ 'ਚੋਂ ਟੂ ਬੈਂਕ। ਬੈਂਕ ਕਹਿੰਦੇ ਹੱਥੋਂ ਬੈਂਕ ਖਾਤੇ 'ਚੋਂ ਪੈਸਾ ਨਿਕਲ ਰਿਹਾ। ਸੋ ਤੁਹਾਨੂੰ ਡਿਸਓਨਰ ਵਾਲੀ ਐਂਟਰੀ 'ਚ ਦੱਸਿਆ ਸੀ ਡਰੋਈ ਡੈਬਿਟ ਤਾਂ ਹਮੇਸ਼ਾ ਹੁੰਦਾ ਹੀ ਹੁੰਦਾ, ਡਰੋਈ ਤਾਂ ਹਮੇਸ਼ਾ ਹੀ ਡੈਬਿਟ ਹੋਣਾ। ਇੱਕ ਤਾਂ ਇਹਦੇ ਬੈਂਕ ਖਾਤੇ ਦੇ ਵਿੱਚੋਂ ਦੀ 30,000 ਰੁਪਇਆ ਬੈਂਕ ਕੱਢ ਲੂਗਾ, ਬੈਂਕ ਨੇ ਤਾਂ ਕੱਢ ਲੈਣਾ 30,000 ਦਾ 30,000। ਉਸ ਤੋਂ ਇਲਾਵਾ ਇਹ ਬੰਦਾ ਕੇਸ ਕਰੇਗਾ ਹੁਣ ਇਹਦੇ 'ਤੇ। ਮੀਨ ਸਪੋਜ਼ ਇਹਦਾ ਕੇਸ ਕਰਨ ਦੇ ਦੌਰਾਨ 20 ਰੁਪਏ ਲੱਗੇ, ਉਹਨੂੰ ਨੋਟਿੰਗ ਚਾਰਜਿਸ ਕਵਾਂਗੇ। ਮੀਨਸ ਇਹਦੇ ਬੈਂਕ ਖਾਤੇ 'ਚੋਂ 30,000 ਤਾਂ ਪਹਿਲਾਂ ਬੈਂਕ ਨੇ ਕੱਢ ਹੀ ਲਏ, ਪਲੱਸ 20 ਰੁਪਏ ਹੋਰ ਨਿਕਲ ਗਏ ਕਿਹੜੇ? ਇਹਨੇ ਜਿਹੜਾ ਕੇਸ ਕਰਿਆ। ਮੀਨਸ 30,000 20 ਇੱਥੇ ਐਂਟਰੀ ਆ ਗਈ ਡਿਸਓਨਰ ਦੀ। ਮੀਨਸ ਡਿਸਓਨਰ ਦੀ ਅਸੀਂ ਪਿਛਲੇ ਸਿਚੁਏਸ਼ਨ 'ਚ ਕੀ ਕਰੀ ਸੀ ਕਿ ਬੰਦੇ ਕੋਲ ਖੁਦ ਦੇ ਕੋਲ ਹੀ ਬਿੱਲ ਪਿਆ ਸੀ, ਉਦੋਂ ਕੀ ਹੋਇਆ ਸੀ ਡਰੋਈ ਡੈਬਿਟ। ਟੂ ਅਸੀਂ ਕੀ ਕਰਿਆ ਸੀ ਬਿੱਲ ਰਿਸੀਵੇਬਲ, ਕਿਉਂਕਿ ਬਿੱਲ ਰਿਸੀਵੇਬਲ ਅਸੀਂ ਕੀ ਪੜ੍ਹਿਆ ਪਹਿਲਾਂ ਇਹਦਾ ਐਸੈਟ ਸੀਗਾ, ਉਹ ਐਸੈਟ ਨਹੀਂ ਰਿਹਾ ਸੀ, ਬਿੱਲ ਰਿਸੀਵੇਬਲ ਕਰਿਆ ਸੀ ਜੇ ਬਿੱਲ ਬੰਦੇ ਕੋਲ ਹੀ ਪਿਆ ਸੀਗਾ। ਅਤੇ ਟੂ ਬੈਂਕ ਕਰਤਾ ਸੀ ਜਿਹੜਾ ਉਹਨੇ ਕਚਹਿਰੀ ਦੇ ਵਿੱਚ ਜਾ ਕੇ ਕੇਸ ਕਰਿਆ ਸੀ। ਹੁਣ ਇਸ ਸਿਚੁਏਸ਼ਨ 'ਚ ਕੀ ਕਰਿਆ, ਬਿੱਲ ਬੈਂਕ ਦੇ ਕੋਲ ਪਿਆ ਤਾਂ ਹੁਣ ਅਸੀਂ ਕੀ ਪਾਵਾਂਗੇ? ਤੁਹਾਨੂੰ ਪਿਛਲੇ ਸਿਚੁਏਸ਼ਨ 'ਚ ਵੀ ਦੱਸਿਆ ਸੀ ਡਿਸਓਨਰ ਵਾਲੇ ਕੇਸ 'ਚ ਹਮੇਸ਼ਾ ਡਰੋਈ ਡੈਬਿਟ ਹੁੰਦਾ, ਤਾਂ ਹੁਣ ਵੀ ਡਰੋਈ ਡੈਬਿਟ ਹੋਇਆ। ਟੂ ਬਿੱਲ ਕਿਹਦੇ ਕੋਲ ਪਿਆ? ਬੈਂਕ ਕੋਲ ਪਿਆ। ਅਤੇ ਬੈਂਕ ਕੀ ਕਰੇਗਾ? ਇਸ ਬੰਦੇ ਦੇ ਖਾਤੇ 'ਚੋਂ 30,000 ਰੁਪਇਆ ਕੱਢ ਲਏਗਾ, ਕ੍ਰੈਡਿਟ ਵਾਟ ਗੋਜ਼ ਆਊਟ ਦੇ ਨਾਲ ਬੈਂਕ 'ਚੋਂ 30,000 ਤਾਂ ਚਲਾ ਗਿਆ। ਹੁਣ ਇਹ ਬੰਦਾ ਇਹਦੇ 'ਤੇ ਕੇਸ ਕਰਨ ਜਾਏਗਾ, ਤਾਂ 20 ਰੁਪਏ ਲਗਾਊਗਾ। ਮੀਨਸ ਇਹਦੇ ਬੈਂਕ ਖਾਤੇ 'ਚੋਂ ਟੋਟਲ 30,000 20 ਰੁਪਏ ਨਿਕਲ ਗਏ, ਅਤੇ ਇੱਥੇ ਡਰੋਈ ਡੈਬਿਟ ਟੂ ਬੈਂਕ 30,000 20 ਰੁਪਏ। ਸੋ ਮੈਂ ਤੁਹਾਡੇ ਨਾਲ 2 ਕੇਸਿਸ ਡਿਸਕਸ ਕਰੇ ਡਿਸਓਨਰ ਦੇ। ਇਹਦੇ ਵਿੱਚ ਤਾਂ ਹਮੇਸ਼ਾ ਉਹੀ ਐਂਟਰੀ ਰਹਿਣੀ ਹੈ ਡਿਸਓਨਰ ਦੀ, ਇਹੀ, ਹੋਰ ਨਹੀਂ ਕੁਛ ਹੋਏਗੀ। ਜਿੰਦਾ ਮੈਂ ਕਨਸੈਪਟ ਤੁਹਾਨੂੰ ਸਮਝਾ ਵੀ ਦਿੱਤਾ। ਇਹਦੇ ਵਿੱਚ ਇੱਕ ਤਾਂ ਸਿਚੁਏਸ਼ਨ ਜੇ ਬਿੱਲ ਬੈਂਕ ਤੋਂ ਡਿਸਕਾਊਂਟ ਕਰਾਇਆ ਤਾਂ ਡਿਸਓਨਰ ਦੀ ਐਂਟਰੀ ਆ ਹੋਊਗੀ। ਮੀਨਸ ਡਰੋਈ ਡੈਬਿਟ ਟੂ ਬੈਂਕ ਖਾਤੇ ਦੇ ਵਿੱਚੋਂ ਸਾਡਾ ਪੈਸਾ ਨਿਕਲ ਗਿਆ 30,000, ਉਸ ਤੋਂ ਇਲਾਵਾ ਕੀ ਨਿਕਲ ਗਿਆ? 20 ਰੁਪਏ ਨੋਟਿੰਗ ਚਾਰਜਿਸ ਵਾਲੇ ਜਿਹੜਾ ਅਸੀਂ ਖਰਚਾ ਕਰਿਆ ਕੇਸ ਕਰਨ ਦਾ, ਠੀਕ ਹੈ। ਅਤੇ ਹੁਣ ਅਸੀਂ ਜੇ ਬਿੱਲ ਸਾਡੇ ਕੋਲ ਹੁੰਦਾ ਤਾਂ ਆਹ ਤਾਂ ਐਂਟਰੀ ਹੋਣੀ ਨਹੀਂ ਸੀਗੀ, ਹੈ ਨਾ। ਜੇ ਬਿੱਲ ਸਾਡੇ ਕੋਲ ਹੀ ਹੁੰਦਾ ਮੀਨਸ ਅਸੀਂ ਵੇਟ ਕਰਦੇ ਹੁੰਦੇ ਡਿਊ ਡੇਟ ਆਏ ਤਾਂ ਅਸੀਂ ਮਾਰਚ 4 ਨੂੰ ਕੀ ਪਾਉਣਾ ਸੀ? ਡਰੋਈ ਡੈਬਿਟ ਹੋਣਾ ਸੀਗਾ। ਅਤੇ ਇੱਥੇ ਟੂ ਬੈਂਕ ਦੀ ਬਜਾਏ ਕੀ ਆ ਜਾਣਾ ਸੀਗਾ? ਟੂ ਬਿੱਲ ਰਿਸੀਵੇਬਲ, ਕਿਉਂਕਿ ਪਹਿਲਾਂ ਸਾਡਾ ਐਸੈਟ ਸੀਗਾ, ਹੁਣ ਉਹ ਮੁੱਕਰ ਗਿਆ, ਐਸੈਟ ਨਹੀਂ ਰਿਹਾ। ਟੂ ਕੀ ਹੋ ਜਾਏਗਾ? ਜਿਹੜਾ ਅਸੀਂ ਕੇਸ ਕਰਿਆ ਉਹ ਸਾਡੇ ਬੈਂਕ ਖਾਤੇ 'ਚੋਂ ਪੈਸਾ ਨਿਕਲ ਜਾਏਗਾ। ਸੋ ਬਿੱਲ 30,000, ਬਿੱਲ ਆਫ ਐਕਸਚੇਂਜ 30,000 ਦਾ, ਅਤੇ ਬੈਂਕ ਖਾਤੇ 'ਚੋਂ 20 ਰੁਪਏ ਨਿਕਲੇ ਕੇਸ ਕਰਨ ਵਾਲੇ, ਅਤੇ ਅਸੀਂ ਇੱਥੇ 30,000 20 ਲਿਖਤਾ। ਮੀਨਸ ਤੁਹਾਨੂੰ ਮੈਂ 2 ਸਿਚੁਏਸ਼ਨ ਸਮਝਾਏ ਡਿਸਓਨਰ ਦੇ। ਬਿੱਲ ਆਪਣੇ ਕੋਲ ਖੁਦ ਕੋਲ ਪਿਆ, ਦੂਸਰਾ ਸਿਚੁਏਸ਼ਨ ਕਿ ਅਸੀਂ ਬਿੱਲ ਆਫ ਐਕਸਚੇਂਜ ਬੈਂਕ ਤੋਂ ਡਿਸਕਾਊਂਟ ਕਰਵਾ ਲਿਆ। ਸੋ ਨੈਕਸਟ ਵੀਡੀਓ ਦੇ ਵਿੱਚ ਅਸੀਂ ਡਿਸਓਨਰ ਆਫ ਬਿੱਲ ਅੱਗੇ ਟੂ ਬੀ ਕੰਟੀਨਿਊਡ ਕਰਾਂਗੇ। ਦੈਟਸ ਇਟ।